प्यारे विद्यार्थियों, मैं अमृत कौर पंजाबी मिस्ट्रेस सरकारी कोवैट सीनियर सैकेंडरी स्कूल NTC राजपुरा ਜ਼ਿਲ੍ਹਾ ਪਟਿਆਲਾ ਤੋਂ ਮੈਂ ਅੱਜ ਤੁਹਾਡੇ ਸਾਹਮਣੇ ਜਮਾਤ 10ਵੀਂ ਸਾਹਿਤਮਾਲਾ ਕਿਤਾਬ ਦਾ ਵਾਰਤਕ ਪਾਠ ਮਹਾਕਵੀ ਕਾਲੀਦਾਸ ਲੈ ਕੇ ਪ੍ਰਸਤੁਤ ਹੋ ਰਹੀ ਹਾਂ। ਪਾਠ ਪੜ੍ਹਨ ਤੋਂ ਪਹਿਲਾਂ ਬੇਟੇ ਅਸੀਂ ਇਸ ਪਾਠ ਦੇ ਜਿਹੜੇ ਲੇਖਕ ਨਿਬੰਧਕਾਰ ਨੇ ਪ੍ਰੋਫੈਸਰ ਪਿਆਰਾ ਸਿੰਘ ਪਦਮ, ਅਸੀਂ ਉਹਨਾਂ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਾਂਗੇ। ਪਿਆਰਾ ਸਿੰਘ ਪਦਮ ਦਾ ਜਨਮ 28 ਦਸੰਬਰ 1921 ਨੂੰ ਪਿੰਡ ਘੁੰਗਰਾਣਾ ਜ਼ਿਲ੍ਹਾ ਲੁਧਿਆਣਾ ਵਿਖੇ ਸਰਦਾਰ ਗੁਰਨਾਮ ਸਿੰਘ ਤੇ ਸ਼੍ਰੀਮਤੀ ਨੰਦ ਕੌਰ ਦੇ ਘਰੇ ਹੋਇਆ। ਆਪ ਨੇ ਪ੍ਰਭਾਕਰ ਗਿਆਨੀ ਤੇ ਸਾਹਿਤ ਵਿਸ਼ੇ ਵਿੱਚ ਪਾਸ ਕੀਤੀ ਤੇ ਪ੍ਰਾਚੀਨ ਪੰਜਾਬੀ ਸਾਹਿਤ ਦੀ ਸੰਭਾਲ ਅਤੇ ਸਾਹਿਤ ਦਾ ਅਧਿਐਨ, ਖਾਸ ਤੌਰ ਤੇ ਸਿੱਖ ਸਾਹਿਤ ਦਾ ਅਧਿਐਨ ਕਰਨ ਦਾ ਆਪ ਨੂੰ ਬਹੁਤ ਸ਼ੌਕ ਸੀ। ਆਪ ਨੇ ਪੰਜਾਬੀ ਯੂਨੀਵਰਸਿਟੀ ਤੇ ਭਾਸ਼ਾ ਵਿਭਾਗ ਵਿਖੇ ਵੀ ਨੌਕਰੀ ਕੀਤੀ, ਪੰਜਾਬੀ ਭਾਸ਼ਾ ਦੀ ਸੇਵਾ ਕੀਤੀ ਤੇ ਆਪ ਦੀਆਂ ਜਿਹੜੀਆਂ ਪ੍ਰਸਿੱਧ ਰਚਨਾਵਾਂ ਨੇ ਉਹਨਾਂ ਵਿੱਚੋਂ ਕੁਝ ਨੇ ਪੰਜਾਬੀ ਬੋਲੀ ਦਾ ਇਤਿਹਾਸ, ਗੁਰਮੁਖੀ ਲਿਪੀ ਦਾ ਇਤਿਹਾਸ, ਸੰਖੇਪ ਸਿੱਖ ਇਤਿਹਾਸ, ਪੰਜਾਬੀ ਸਾਹਿਤ ਦੀ ਰੂਪ ਰੇਖਾ, ਪੰਜਾਬੀ ਵਾਰਾਂ, ਪੰਜਾਬੀ 12 ਮਾਹੇ, ਹਾਸ਼ਮ ਰਚਨਾਵਲੀ, ਸੂਫੀ ਕਾਵਧਾਰਾ, ਸਾਡੇ ਗੁਰੂਦੇਵ, ਕਲਮ ਦੇ ਧਨੀ, ਗੁਰੂ ਨਾਨਕ ਸਾਗਰ, ਗੋਬਿੰਦ ਸਾਗਰ, ਗੁਰੂ ਗ੍ਰੰਥ ਪ੍ਰਕਾਸ਼, ਦਸਮ ਗ੍ਰੰਥ ਦਰਸ਼ਨ, ਰਹਿਤਨਾਮੇ, ਪੰਥ ਦਾ ਬਾਲੀ, ਟੈਗੋਰ ਤ੍ਰਿਬੈਣੀ ਅਤੇ ਗੁਰੂ ਅਰਜਨ ਵਿਟਹੋ ਕੁਰਬਾਣੀ ਵਰਗੀਆਂ ਜਿਹੜੀਆਂ ਰਚਨਾਵਾਂ ਦੀਆਂ ਜਿਹੜੀਆਂ ਪੁਸਤਕਾਂ ਨੇ ਉਹ ਇਹਨਾਂ ਨੇ ਪੰਜਾਬੀ ਸਾਹਿਤ ਤੇ ਸਿੱਖ ਇਤਿਹਾਸ ਦੀ ਝੋਲੀ ਪਾਈਆਂ। ਆਪ ਨੂੰ ਪੰਜਾਬੀ ਸਾਹਿਤ ਸਭਾ ਦਿੱਲੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਫੈਲੋਸ਼ਿਪ ਮਿਲੀ ਹੋਈ ਹੈ ਤੇ ਪੰਜਾਬ ਸਰਕਾਰ ਵੱਲੋਂ ਆਪ ਨੂੰ ਸ਼੍ਰੋਮਣੀ ਸਾਹਿਤਕਾਰ ਤੇ ਸਾਹਿਤ ਸ਼੍ਰੋਮਣੀ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਾ। ਆਪ 1 ਮਈ 2001 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਸੋ ਬੇਟੇ ਹੁਣ ਅਸੀਂ ਇਹਨਾਂ ਦੇ ਲਿਖੇ ਹੋਏ ਜਿਹੜਾ ਲੇਖ ਸਾਡੇ ਜਿਹੜੇ ਪਾਠਕ੍ਰਮ ਦੇ ਵਿੱਚ ਹੈ ਮਹਾਕਵੀ ਕਾਲੀਦਾਸ, ਹੁਣ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਮਹਾਕਵੀ ਕਾਲੀਦਾਸ ਬਾਰੇ ਲੇਖਕ ਨੇ ਕੀ ਦੱਸਿਆ ਹੈ ਕਿ ਅਸੀਂ ਉਸ ਸ਼ਹਿਨਸ਼ਾਹ ਬਾਰੇ ਕੁਝ ਨਹੀਂ ਜਾਣਦੇ। ਉਹ ਕਦੋਂ ਤੇ ਕਿੱਥੇ ਜੰਮਿਆ, ਕਿੱਥੇ ਉਸਨੇ ਆਪਣੀ ਬਚਪਨ ਦੀ ਖੇਡ ਖੇਡੀ, ਕਿਸ ਆਸ਼ਰਮ ਵਿੱਚ ਕਿਵੇਂ ਉਸਨੇ ਵਿੱਦਿਆ ਪੜ੍ਹੀ, ਜ਼ਿੰਦਗੀ ਦੇ ਕੀ ਉਤਰਾਅ ਚੜ੍ਹਾਅ ਉਸਨੇ ਦੇਖੇ, ਉਸਦਾ ਪਿਛੋਕੜ ਕੀ ਸੀ, ਉਸਦੇ ਮਾਤਾ ਪਿਤਾ ਕੌਣ ਸਨ, ਉਸਦਾ ਕਿਹੜਾ ਖਾਨਦਾਨ ਸੀ, ਇਸ ਸਭ ਬਾਰੇ ਸਾਨੂੰ ਕੁਝ ਨਹੀਂ ਪਤਾ। ਇਹ ਸਾਰਾ ਕੁਝ ਨਾ ਜਾਣਨ ਦੇ ਬਾਵਜੂਦ ਸਾਨੂੰ ਸਿਰਫ ਇਹ ਪਤਾ ਹੈ ਕਿ ਜਿਹੜੀ ਕਵਿਤਾ ਹੈ ਉਹ ਉਸ ਸ਼ਹਿਨਸ਼ਾਹ ਦੀ ਮਲਕਾ ਸੀ, ਮਤਲਬ ਕਿ ਕਵਿਤਾ ਨਾਲ ਉਸਦਾ ਬਹੁਤ ਹੀ ਗੂੜਾ ਰਿਸ਼ਤਾ ਸੀ। ਕੁਝ ਲੋਕ ਉਸਦੀ ਜਾਤੀ ਤੇ ਧਰਮ ਬਾਰੇ ਭਿੰਨ ਵਿਚਾਰ ਰੱਖਦੇ ਨੇ। ਕੋਈ ਕਹਿੰਦਾ ਹੈ ਕਿ ਉਹ ਸਰਸਵਤ ਬ੍ਰਾਹਮਣ ਸੀ, ਕੋਈ ਉਸਨੂੰ ਬੰਗਾਲੀ, ਕੋਈ ਕਸ਼ਮੀਰੀ ਤੇ ਕੋਈ ਪੰਜਾਬੀ ਦੱਸਦਾ ਹੈ। ਦਰਅਸਲ ਗੱਲ ਇਹ ਹੈ ਕਿ ਕਾਲੀਦਾਸ ਇੱਕ ਅਤ ਸੁੰਦਰ ਰਤਨ ਸੀ ਜਿਸ ਨੂੰ ਹਰ ਪ੍ਰਾਂਤ ਜਾਂ ਜਾਤੀ ਵਾਲਾ ਆਪਣਾ ਦੱਸਣਾ ਚਾਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਉਹ ਆਪਣੀ ਕਾਵ ਸੁੰਦਰਤਾ ਤੇ ਕਾਵ ਪ੍ਰਤਿਭਾ ਕਰਕੇ ਸਭ ਨੂੰ ਹੀ ਬਹੁਤ ਪਿਆਰਾ ਲੱਗਦਾ ਹੈ। ਸੁੰਦਰਤਾ ਦੀ ਜਾਤ ਜਨਮ ਪਰਖਣੀ ਸਿਆਣਪ ਦੀ ਗੱਲ ਨਹੀਂ ਹੁੰਦੀ। ਜਿਸ ਤਰ੍ਹਾਂ ਕਿ ਭਾਈ ਵੀਰ ਸਿੰਘ ਨੇ ਕਿਹਾ ਹੈ, ਜਾਤ ਜਨਮ ਤੇ ਅਸਲ ਨਸਲ ਨੂੰ ਕਦੇ ਕੋਈ ਨਾ ਜਾਣੇ, ਜਦ ਸੁੰਦਰਤਾ ਦਰਸ਼ਨ ਦੇਵੇ ਸਭ ਕੋਈ ਆਪਣੀ ਜਾਣੇ। ਸੋ ਅਸੀਂ ਕਾਲੀਦਾਸ ਨੂੰ ਭਾਰਤ ਦੇ ਮਹਾਨ ਕਵੀ ਵਜੋਂ ਹੀ ਜਾਣਦੇ ਹਾਂ ਤੇ ਸਾਨੂੰ ਇੰਨਾ ਪਤਾ ਹੈ ਕਿ ਉਹ ਹਿੰਦੁਸਤਾਨ ਦਾ ਕਵੀ ਸੀ। ਜਿਹੜੇ ਖੋਜੀਆਂ ਨੇ ਖੋਜ ਕੀਤੀ ਹੈ ਤਾਂ ਉਹ ਇਹ ਕਹਿੰਦੇ ਨੇ ਕਿ ਕਾਲੀਦਾਸ ਜਿਹੜਾ ਹੈ ਉਹ ਈਸਾ ਤੋਂ ਕੋਈ 56 ਸਾਲ ਪਹਿਲਾਂ ਹੋਏ ਉਜੈਨ ਦੇ ਬਾਦਸ਼ਾਹ ਬਿਕਰਮਾਜੀਤ ਪਹਿਲੇ ਦਾ ਸਮਕਾਲੀ ਸੀ। ਤਾਂ ਬਿਕਰਮਾਜੀਤ ਇਤਿਹਾਸ ਦੇ ਵਿੱਚ 3 ਹੋਏ ਨੇ, ਤਾਂ ਇਹ ਦੱਸਣਾ ਹਜੇ ਵੀ ਖੋਜੀਆਂ ਵਾਸਤੇ ਔਖਾ ਹੈ ਕਿ ਕਿਹੜੇ ਬਿਕਰਮਾਜੀਤ ਦੇ ਵੇਲੇ ਹੋਇਆ ਸੀ। ਪਰ ਇਸ ਦਾ ਜਿਹੜਾ ਸਭ ਤੋਂ ਵੱਧ ਜਿਹੜਾ ਜੋੜ ਹੈ ਉਹ ਬਿਕਰਮਾਜੀਤ ਪਹਿਲੇ ਨਾਲ ਜੋੜਿਆ ਜਾਂਦਾ ਹੈ ਤੇ ਇਹਦਾ ਜਿਹੜਾ ਸਮਾਂ ਹੈ ਉਹ ਈਸਾ ਤੋਂ 56 ਵਰੇ ਪਹਿਲਾਂ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਇਹ ਉਹੀ ਬਿਕਰਮਾਜੀਤ ਸੀ ਜਿਸ ਦੇ ਨਾਮ ਤੋਂ ਸਾਡਾ ਬਿਕਰਮੀ ਸੰਮਤ ਸ਼ੁਰੂ ਹੋਇਆ।
ਬਿਕਰਮਾਜੀਤ ਬਾਰੇ ਕਿਹਾ ਜਾਂਦਾ ਕਿ ਉਸਦੇ ਦਰਬਾਰ ਦੇ ਵਿੱਚ 9 ਰਤਨ ਸਨ, 9 ਮਸ਼ਹੂਰ ਮਨੁੱਖ ਸਨ, ਜਿਨ੍ਹਾਂ ਦੇ ਵਿੱਚੋਂ ਕਾਲੀਦਾਸ ਵੀ ਇੱਕ ਸੀ। ਕਾਲੀਦਾਸ ਜਿਹੜਾ ਸੀ ਉਹ ਉਜੈਨ ਦੇ ਬਾਦਸ਼ਾਹ ਬਿਕਰਮਾਜੀਤ ਦੇ ਦਰਬਾਰ ਦਾ ਸ਼ਿੰਗਾਰ ਸੀ। ਕਾਲੀਦਾਸ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਵੀ ਉਜੈਨ ਨਗਰੀ ਦਾ ਬੜੇ ਪਿਆਰ ਨਾਲ, ਬੜੇ ਸਨੇਹ ਦੇ ਨਾਲ ਵਰਣਨ ਕੀਤਾ ਹੋਇਆ। ਉਜੈਨ ਦੇ ਵਿੱਚ ਬਿਕਰਮਾਜੀਤ ਦਾ ਜਿਹੜਾ ਰਾਜ ਸੀ ਉਹਦੇ ਬਾਰੇ ਬੇਟੇ ਆਪਾਂ ਹੋਰ ਵੀ ਕਈਆਂ ਥਾਵਾਂ 'ਤੇ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਜਿਹੜਾ ਬਿਕਰਮਾਜੀਤ ਸੀ ਉਹ ਆਪਣੇ ਨਿਆਂ ਪ੍ਰਿਯਤਾ ਲਈ ਬਹੁਤ ਮਸ਼ਹੂਰ ਸੀ। ਉਸਦਾ ਜਿਹੜਾ ਨਿਆਂ ਹੈ ਉਹ ਅੱਜ ਤੱਕ ਦਾ ਸਭ ਤੋਂ ਵਧੀਆ ਨਿਆਂਕਾਰੀ ਰਾਜਾ ਉਹ ਮੰਨਿਆ ਜਾਂਦਾ ਹੈ। ਅਤੇ ਉਹਦੇ ਬਾਰੇ ਇੱਕ ਹੋਰ ਵੀ ਖਾਸ ਗੱਲ ਇਹ ਹੈ ਕਿ ਉਸ ਰਾਜਾ ਬਿਕਰਮਾਜੀਤ ਨੇ ਸਾਡੇ ਜਿਹੜੇ ਬਿਕਰਮੀ ਸੰਮਤ, ਜਿਹੜਾ ਸਾਡੇ ਭਾਰਤ ਦਾ ਆਪਣਾ ਦੇਸੀ ਜਿਹੜਾ ਕੈਲੰਡਰ ਹੈ ਉਸ ਨੂੰ ਵੀ ਸ਼ੁਰੂ ਕੀਤਾ। ਬਿਕਰਮੀ ਸੰਮਤ ਜਿਹੜੇ ਸਾਡੇ ਦੇਸੀ ਮਹੀਨੇ ਜਿਨ੍ਹਾਂ ਬਾਰੇ ਆਪਾਂ ਅਕਸਰ ਹੀ ਪੜ੍ਹਦੇ ਹਾਂ, ਜਿਹੜੇ ਚੇਤ ਤੋਂ ਸ਼ੁਰੂ ਹੁੰਦੇ ਨੇ, ਅਤੇ ਚੇਤ, ਵਿਸਾਖ, ਜੇਠ, ਹਾੜ, ਸਾਉਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ, ਇਹ ਜਿਹੜਾ ਮਤਲਬ ਕਿ ਚੰਦ ਨੂੰ ਆਧਾਰਿਤ ਬਣਾ ਕੇ ਜਿਹੜਾ ਕੈਲੰਡਰ ਬਣਾਇਆ ਹੋਇਆ ਹੈ ਸਾਡਾ ਦੇਸੀ ਕੈਲੰਡਰ ਹੈ, ਜਿਸ ਨੂੰ ਅਸੀਂ ਬਿਕਰਮੀ ਸੰਮਤ, ਇਹ ਉਸ ਰਾਜੇ ਦੇ ਨਾਮ 'ਤੇ ਹੀ ਉਹਨੇ ਰੱਖਿਆ ਸੀ। ਅਤੇ ਇਹਨੂੰ ਕਈਆਂ ਥਾਵਾਂ 'ਤੇ ਜਿਹੜਾ ਇਸ ਤੋਂ ਪਹਿਲਾਂ ਮਾਲਵਾ ਸੰਮਤ ਕਿਹਾ ਜਾਂਦਾ ਸੀ, ਪਰੰਤੂ ਰਾਜੇ ਨੇ ਇਹ ਈਸਾ ਤੋਂ 56 ਸਾਲ ਪਹਿਲਾਂ ਸ਼ੁਰੂ ਕੀਤਾ ਆਪਣੇ ਨਾਮ 'ਤੇ ਇਹ ਬਿਕਰਮੀ ਸੰਮਤ। ਸੋ ਇਹ ਉਹੀ ਬਿਕਰਮਾਜੀਤ ਹੈ ਜਿਸ ਦੇ ਦਰਬਾਰ ਦੇ ਵਿੱਚ ਜਿਹੜਾ ਮਹਾਕਵੀ ਕਾਲੀਦਾਸ ਸੀ ਉਹ ਇੱਕ 9 ਰਤਨਾਂ ਦੇ ਵਿੱਚੋਂ ਇੱਕ ਸੀ। ਅਤੇ ਉਸ ਦੇ ਦਰਬਾਰ ਦੇ ਵਿੱਚ ਉਸ ਦੀ ਸਰਪ੍ਰਸਤੀ ਦੇ ਵਿੱਚ ਮਹਾਕਵੀ ਨੇ ਆਪਣੀਆਂ ਸਾਰੀਆਂ ਰਚਨਾਵਾਂ ਦੀ ਜਿਹੜੀ ਹੈ ਉਹ ਸਾਡੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਸਾਨੂੰ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਖਾਸ ਕਰਕੇ ਜਿਹੜਾ ਉਸਦਾ ਜਿਹੜਾ ਯੋਗਦਾਨ ਹੈ ਉਹ ਬਹੁਤ ਹੀ ਮਸ਼ਹੂਰ ਹੈ। ਹੁਣ ਤੱਕ ਦਾ ਬਹੁਤ ਹੀ ਵਧੀਆ ਜਿਹੜਾ ਉਹਨੂੰ ਅੱਜ ਤੱਕ ਜਿਹੜਾ ਮਹਾਕਵੀ ਦੇ ਵਜੋਂ ਜਾਣਿਆ ਜਾਂਦਾ ਹੈ ਸਾਡੇ ਇਤਿਹਾਸ ਦੇ ਵਿੱਚ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਕਾਲੀਦਾਸ ਹੈ ਉਹ ਇੱਕ ਮਹਾਨ ਕਵੀ ਸੀ ਅਤੇ ਉਸਦਾ ਜਿਹੜਾ ਕਵਿਤਾ ਨਾਲ ਸੰਬੰਧ, ਕਾਲੀਦਾਸ ਦਾ ਕਹਿੰਦੇ ਕਵਿਤਾ ਦੇ ਨਾਲ ਐਸਾ ਸੰਬੰਧ ਸੀ ਕਿ ਇੱਕ ਜਿੰਦ ਇੱਕ ਜਾਨ ਸੀਗੇ। ਕਵਿਤਾ ਜਿਹੜੀ ਆ ਉਹ ਕਾਲੀਦਾਸ ਦੀ ਪ੍ਰੇਮਿਕਾ ਸੀ। ਦੋਵਾਂ ਦੀ ਐਸੀ ਸੁੰਦਰ ਜੋੜੀ ਬਣੀ ਕਿ ਦੋਵਾਂ ਨੇ ਇੱਕ ਦੂਜੇ ਨੂੰ ਅਮਰ ਕਰ ਦਿੱਤਾ। ਕੋਈ ਹਿੰਦੁਸਤਾਨ ਦਾ ਕਲਾਕਾਰ ਸਿਆਣਾ ਕਹਿ ਗਿਆ ਹੈ ਕਿ ਲੋਕ ਜਿਸ ਜੋਵਨਬੰਤੀ ਸੁੰਦਰੀ ਨੂੰ ਕਵਿਤਾ ਕਹਿੰਦੇ ਨੇ ਉਹ ਕਾਲੀਦਾਸ ਦੀ ਪ੍ਰੀਤਮਾ ਸੀ। ਉਹ ਆਪਣੇ ਸਵੈੰਬਰ ਸਮੇਂ ਕਾਲੀਦਾਸ ਤੋਂ ਵਧੇਕ ਸੁੰਦਰ ਹੋਰ ਵਰ ਲੱਭ ਨਹੀਂ ਸਕੀ ਸੀ। ਇਹਨਾਂ ਦੀ ਸਲਤਨਤ ਸਦਾ ਸਾਹਿਤਕ ਹਿਰਦਿਆਂ 'ਤੇ ਕਾਇਮ ਰਹੇਗੀ। ਜੇਕਰ ਕਾਲੀਦਾਸ ਆਪਣੇ ਸਮੇਂ ਦਾ ਰਾਜਾ ਬਿਕਰਮਾਜੀਤ ਸੀ ਤਾਂ ਕਵਿਤਾ ਉਸਦੀ ਪਟਰਾਣੀ ਸੀ। ਕਹਿਣ ਦਾ ਮਤਲਬ ਕਵਿਤਾ ਨੇ ਕਾਲੀਦਾਸ ਨੂੰ ਅਮਰ ਕੀਤਾ ਅਤੇ ਕਾਲੀਦਾਸ ਨੇ ਕਵਿਤਾ ਨੂੰ ਕਾਲੀਦਾਸ ਦੀ ਮਲਕਾ ਕਿਹਾ ਜਾਂਦਾ ਹੈ। ਉਹ ਕਹਿੰਦੀ ਹੈ ਕਿ ਉਸਦੀ ਹੋਂਦ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਜਿਤਨਾ ਚਿਰ ਮੈਂ ਸੰਸਾਰ 'ਤੇ ਜਿਉਂਦੀ ਹਾਂ ਅਸੀਂ ਦੋਵੇਂ ਅਮਰ ਹਾਂ। ਕਿਤਨੀ ਅਜੀਬ ਘਟਨਾ ਹੈ, ਲੇਖਕ ਨੇ ਕਿਹਾ, ਕਿ ਇੱਕ ਅਬਲਾ ਸਦੀਆਂ ਤੋਂ ਮੋਏ ਪੁਰਸ਼ ਨੂੰ ਜਿਉਂਦਿਆਂ ਰੱਖੀ ਆ ਰਹੀ ਹੈ। ਇਹ ਹੈ ਨਾਰੀ ਦੀ ਕਰਾਮਾਤ। ਮਤਲਬ ਕਵਿਤਾ ਜਿਹੜੀ ਹੈ ਆਪਾਂ ਨੂੰ ਪਤਾ ਹੀ ਹੈ ਬੇਟੇ ਕਿ ਉਹ ਇੱਕ ਇਸਤਰੀ ਲਿੰਗ ਦੇ ਵਿੱਚ ਆਉਂਦਾ, ਤਾਂ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਕਿ ਕਵਿਤਾ ਦਾ ਅਤੇ ਜਿਹੜਾ ਕਾਲੀਦਾਸ ਦਾ ਜਿਹੜਾ ਸੰਬੰਧ ਸੀ ਉਹ ਕਿੰਨਾ ਹੀ ਨੇੜੇ ਦਾ ਸੀ, ਅਤੇ ਜਿਹਦੇ ਕਰਕੇ ਅੱਜ ਕਾਲੀਦਾਸ ਮਸ਼ਹੂਰ ਹੈ ਅਤੇ ਜਿਹਦੇ ਕਰਕੇ ਕਵਿਤਾ ਅੱਜ ਮਸ਼ਹੂਰ ਹੈ। ਤਾਂ ਹੁਣ ਅਸੀਂ ਕਾਲੀਦਾਸ ਦੀਆਂ ਰਚਨਾਵਾਂ ਵੱਲ ਆਉਂਦੇ ਹਾਂ। ਉਂਝ ਤਾਂ ਇਸ ਦੇ ਨਾਮ ਨਾਲ 10-15 ਪੁਸਤਕਾਂ ਜੋੜੀਆਂ ਜਾਂਦੀਆਂ ਨੇ, ਪਰੰਤੂ ਨਿਸ਼ਚਿਤ ਤੌਰ 'ਤੇ ਅਸੀਂ 7 ਪੁਸਤਕਾਂ ਦਾ ਨਾਮ ਲੈ ਸਕਦੇ ਹਾਂ, ਜਿਨ੍ਹਾਂ ਵਿੱਚੋਂ 4 ਕਾਵਿ ਅਤੇ 3 ਨਾਟਕ ਪ੍ਰਸਿੱਧ ਹਨ। ਕਾਲੀਦਾਸ ਦੇ 4 ਕਾਵਿ ਜਿਹੜੇ ਨੇ ਉਹਨਾਂ ਦੇ ਨਾਮ ਹਨ ਰਘੂਵੰਸ਼, ਕੁਮਾਰ ਸੰਭਵ, ਰਿਤੂ ਸੰਹਾਰ ਅਤੇ ਮੇਘਦੂਤ। ਇਹਨਾਂ ਵਿੱਚੋਂ ਅਸੀਂ ਜਿਹੜੇ ਕਾਲੀਦਾਸ ਦੇ ਜਿਹੜੇ ਨਾਟਕ ਨੇ ਉਹਨਾਂ ਦੇ ਵਿੱਚੋਂ ਹੈ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਭਿਗਿਆਨ ਸ਼ਕੁੰਤਲਾ ਦੀ, ਫਿਰ ਵਿਕਰਮੋਰਵਸ਼ੀ ਅਤੇ ਮਾਲਵਿਕਾਗਨੀ ਮਿੱਤਰ ਦੀ। ਹੁਣ ਅਸੀਂ ਇਸ ਦੇ ਨਾਟਕਾਂ ਅਤੇ ਕਾਵਾਂ ਬਾਰੇ ਥੋੜ੍ਹਾ ਜਿਹੜਾ ਜਾਣਕਾਰੀ ਪ੍ਰਾਪਤ ਕਰਾਂਗੇ। ਪਹਿਲਾਂ ਅਸੀਂ ਰਘੂਵੰਸ਼ ਦੀ ਗੱਲ ਕਰਾਂਗੇ। ਰਘੂਵੰਸ਼ ਵਿੱਚ ਸੂਰਜਵੰਸ਼ੀ ਰਾਜਿਆਂ ਦੀ ਕਹਾਣੀ ਹੈ। ਇਸ ਦੇ ਕੁੱਲ 19 ਸਰਗ ਹਨ। ਇਸ ਮਹਾਂਕਾਵਿ ਵਿੱਚ ਨਦੀਆਂ, ਬਾਗਾਂ, ਪਹਾੜਾਂ, ਪਿੰਡਾਂ, ਕੁਦਰਤੀ ਨਜ਼ਾਰਿਆਂ ਦਾ ਬਹੁਤ ਸੋਹਣਾ ਚਿਤਰਨ ਹੈ। ਕਵੀ ਨੇ ਆਰੀਆਈ ਸੱਭਿਆਚਾਰ ਦੇ ਹਰ ਪਹਿਲੂ ਨੂੰ ਸਿਖਰ 'ਤੇ ਪੁੱਜਿਆ ਇਸ ਦੇ ਵਿੱਚ ਦਰਸਾਇਆ ਹੋਇਆ ਹੈ।
ਇਸ ਦੇ ਵਿੱਚੋਂ ਕਾਲੀਦਾਸ ਦੀ ਭੂਗੋਲ, ਖਗੋਲ, ਫਿਲਾਸਫੀ ਤੇ ਵਿਗਿਆਨ ਬਾਰੇ ਜਾਣਕਾਰੀ ਵੀ ਸਾਨੂੰ ਉਸ ਦੀ ਇਸ ਰਚਨਾ ਤੋਂ ਮਿਲਦੀ ਹੈ। ਦੂਜਾ ਜਿਹੜਾ ਕਾਵ ਹੈ ਮਹਾਕਵੀ ਕਾਲੀਦਾਸ ਦਾ, ਉਸ ਦਾ ਨਾਮ ਹੈ ਕੁਮਾਰ ਸੰਭਵ। ਕੁਮਾਰ ਸੰਭਵ ਜਿਹੜੀ ਹੈ ਇਹ ਸ਼ਿਵ ਤੇ ਪਾਰਵਤੀ ਦੀ ਪ੍ਰੇਮ ਕਹਾਣੀ ਹੈ। ਇਹਦੇ ਵਿੱਚ ਕੀ ਦਿਖਾਇਆ ਗਿਆ ਹੈ ਕਿ ਹਿਮਾਲਿਆ ਦੀਆਂ ਬਰਫਾਨੀ ਚੋਟੀਆਂ ਦੇ ਵਿੱਚ ਜਿਹੜੇ ਸ਼ਿਵ ਜੀ ਤਪੱਸਿਆ ਕਰ ਰਹੇ ਸੀ, ਜਿਨ੍ਹਾਂ ਨੂੰ ਦੇਖ ਕੇ ਪਾਰਵਤੀ ਮੋਹਿਤ ਹੋ ਜਾਂਦੀ ਹੈ ਤੇ ਉਹ ਉਹਨਾਂ ਦੀ ਸਮਾਧੀ ਖੁਲਵਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਸਫਲ ਨਹੀਂ ਹੁੰਦੀ। ਫਿਰ ਉਹ ਕਾਮਦੇਵ ਨੂੰ ਉਹਨਾਂ ਦੀ ਸਮਾਧੀ ਖੁਲਵਾਉਣ ਲਈ ਬੁਲਾਉਂਦੀ ਹੈ ਤੇ ਕਾਮਦੇਵ ਇਸ ਦੇ ਵਿੱਚ ਸਫਲ ਹੋ ਜਾਂਦਾ ਹੈ ਤੇ ਸ਼ਿਵਾ ਦੇ ਜਿਹੜੇ ਨੈਣ ਨੇ ਉਹਨਾਂ ਦੇ ਨਾਲ ਉਹ ਭਸਮ ਹੋ ਜਾਂਦਾ ਹੈ। ਆਖਿਰ ਫਿਰ ਕੀ ਹੁੰਦਾ ਹੈ ਕਿ ਜਿਹੜੀ ਪਾਰਵਤੀ ਹੈ ਉਸ ਦਾ ਪਿਓ ਹਿਮਾਲਿਆ ਉਹਨਾਂ ਦੋਵਾਂ ਦਾ ਵਿਆਹ ਕਰ ਦਿੰਦਾ ਹੈ, ਭਾਵ ਸ਼ਿਵ ਤੇ ਪਾਰਵਤੀ ਦਾ। ਇਸ ਰਚਨਾ ਦੇ 8 ਸਰਗ ਨੇ। ਇਹਦੇ ਵਿੱਚ ਮਤਲਬ ਕਿ ਸ਼ਿਵ ਤੇ ਪਾਰਵਤੀ ਦੀ ਪ੍ਰੇਮ ਕਹਾਣੀ ਦਾ ਹੀ ਵਰਣਨ ਕੀਤਾ ਹੋਇਆ ਹੈ। ਉਸ ਤੋਂ ਅਗਲਾ ਜਿਹੜਾ ਕਾਲੀਦਾਸ ਦਾ ਜਿਹੜਾ ਮਹਾਕਾਵ ਹੈ ਉਸ ਦਾ ਨਾਮ ਹੈ ਮੇਘਦੂਤ ਤੇ ਚੌਥੇ ਮਹਾਕਾਵ ਦਾ ਨਾਮ ਹੈ ਰਿਤੂ ਸੰਹਾਰ। ਮੇਘਦੂਤ ਜਿਵੇਂ ਕਿ ਇਹਦੇ ਨਾਮ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਇਹਦੇ ਵਿੱਚ ਮੇਘ ਜਾਣੀ ਕਿ ਬੱਦਲ ਨੂੰ ਇੱਕ ਦੂਤ ਬਣਾ ਕੇ ਉਸਨੇ ਪੇਸ਼ ਕੀਤਾ ਹੈ। ਇਹਦੇ ਵਿੱਚ ਇੱਕ ਨਿੱਕਾ ਜਿਹਾ ਕਾਵ ਹੈ ਜਿਸ ਵਿੱਚ ਕਵੀ ਨੇ ਮੇਘਾਂ ਦੀ ਸੁੰਦਰਤਾ ਦੇ ਭਿੰਨ-ਭਿੰਨ ਨਜ਼ਾਰੇ ਚਿੱਤਰੇ ਹਨ। ਕਹਾਣੀ ਇਸ ਦੀ ਇਹ ਹੈ ਕਿ ਇਸ ਦੇ ਵਿੱਚ ਦੇਵਤਿਆਂ ਦਾ ਜਿਹੜਾ ਖਜ਼ਾਨਚੀ ਹੈ ਕੁਬੇਰ, ਉਹ ਇੱਕ ਯਕਸ਼ ਨੂੰ ਸ਼ਰਾਪ ਦੇ ਦਿੰਦਾ ਹੈ, ਜਿਸ ਲਈ ਉਸਨੂੰ ਸਾਲ ਭਰ ਲਈ ਆਪਣੀ ਯਕਸ਼ਣੀ ਤੋਂ ਦੂਰ ਰਹਿਣਾ ਪੈਂਦਾ ਹੈ। ਯਕਸ਼ ਰਾਮਗਿਰੀ ਵਿੱਚ ਰਹਿੰਦਾ ਹੈ ਤੇ ਉਸਦੀ ਪਤਨੀ ਅਲਕਾਪੁਰੀ ਦੇ ਵਿੱਚ ਰਹਿੰਦੀ ਹੈ, ਜੋ ਕਿ ਕੈਲਾਸ਼ ਦੀ ਚੋਟੀ ਦੇ ਉੱਤੇ ਹੈ। ਸਾਵਣ ਦੇ ਮਹੀਨੇ ਵਿੱਚ ਮਤਲਬ ਉਹ ਵਿਛੜੇ ਹੁੰਦੇ ਨੇ ਤੇ ਜਿਹੜਾ ਯਕਸ਼ ਹੈ ਉਹ ਮੇਘ ਨੂੰ ਦੂਤ ਬਣਾ ਕੇ ਆਪਣੀ ਪ੍ਰੀਤਮਾ ਕੋਲ ਸੁਨੇਹਾ ਭੇਜਦਾ ਹੈ ਅਤੇ ਤਾਕੀਦ ਕਰਦਾ ਹੈ ਕਿ ਤੂੰ ਕਿਤੇ ਠਹਿਰਨਾ ਨਹੀਂ ਹੋਵੇਗਾ, ਜਾਂਦਾ ਜਾਂਦਾ ਨਦੀਆਂ ਦੇ ਪਾਣੀ ਪੀਂਦਾ ਉਸ ਦੇਸ਼ ਜ਼ਰੂਰ ਪਹੁੰਚਣਾ, ਮੇਰੀ ਪ੍ਰੀਤਮਾ ਤੇਰੇ ਸੰਦੇਸ਼ ਨੂੰ ਸੁਣਨ ਲਈ ਉਡੀਕ ਵਿੱਚ ਖਲੋਤੀ ਹੋਵੇਗੀ। ਭਾਵ ਕਵੀ ਨੇ ਇੱਥੇ ਮੇਘ ਦੇ ਰਾਹੀਂ ਜਿਹੜਾ ਹੈ ਤਾਕੀਦ ਕੀਤੀ ਹੈ ਕਿ ਆਪਣੀ ਪਤਨੀ ਤੱਕ ਜਿਹੜਾ ਯਕਸ਼ ਕਿਵੇਂ ਸੁਨੇਹਾ ਪਹੁੰਚਾਉਂਦਾ ਹੈ। ਉਸ ਤੋਂ ਬਾਅਦ ਚੌਥੇ ਕਾਵ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹਦਾ ਨਾਮ ਹੈ ਰਿਤੂ ਸੰਹਾਰ। ਰਿਤੂ ਸੰਹਾਰ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੁੰਦਾ ਕਿ ਰਿਤੂਆਂ ਬਾਰੇ ਜਾਂ ਰੁੱਤਾਂ ਬਾਰੇ ਇਹਦੇ ਵਿੱਚ ਜਿਹੜਾ ਕਾਲੀਦਾਸ ਨੇ ਚਾਨਣਾ ਪਾਇਆ ਹੈ। ਇਹ ਛੋਟਾ ਜਿਹਾ ਕਾਵ ਹੈ। ਇਸ ਵਿੱਚ ਗ੍ਰੀਖਮ ਰੁੱਤ ਯਾਨੀ ਕਿ ਗਰਮੀ ਰੁੱਤ ਤੋਂ ਸ਼ੁਰੂ ਲੈ ਕੇ ਬਸੰਤ ਰੁੱਤ ਤੱਕ ਦੀਆਂ 6 ਰੁੱਤਾਂ ਦਾ ਵਰਣਨ ਹੈ। ਭਾਵੇਂ ਇਹ ਇੱਕ ਛੋਟੀ ਜਿਹੀ ਰਚਨਾ ਹੈ ਪਰੰਤੂ ਕੁਦਰਤ ਦਾ ਰਸ ਮਾਣਨ ਲਈ ਇਹ ਇੱਕ ਅਮੋਲਕ ਚਿਤਰਾਵਲੀ ਹੈ। ਕਵੀ ਨੇ 6 ਰੁੱਤਾਂ ਦੀ ਸੁੰਦਰਤਾ ਨੂੰ ਆਪਣੀ ਕਵਿਤਾ ਦੀ ਜ਼ੰਜੀਰ ਨਾਲ ਇੱਕੋ ਥਾਂ ਤੇ ਬੰਨ੍ਹ ਰੱਖਿਆ ਹੈ। ਇਸ ਤੋਂ ਬਾਅਦ ਬੇਟੇ ਅਸੀਂ ਇਹਨਾਂ ਦੇ ਜਿਹੜੇ 3 ਨਾਟਕ ਨੇ ਅਭਿਗਿਆਨ ਸ਼ਕੁੰਤਲਾ, ਵਿਕਰਮ ਉਰਵਸ਼ੀ ਤੇ ਮਾਲਵਿਕਾ ਅਗਨੀਮਿੱਤਰ ਬਾਰੇ ਥੋੜਾ ਜਾਣਕਾਰੀ ਹਾਸਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵਿਕਰਮ ਉਰਵਸ਼ੀ ਦੀ। ਵਿਕਰਮ ਉਰਵਸ਼ੀ ਜਿਹੜੀ ਹੈ ਉਹ ਚੰਦਰਬੰਸ਼ੀ ਖਾਨਦਾਨ ਦੇ ਰਾਜਾ ਪੁਰੂਰਵਸ਼, ਉਸਦਾ ਇੱਕ ਜਿਹੜਾ ਨਾਮ ਵਿਕਰਮ ਵੀ ਸੀ, ਅਤੇ ਉਰਵਸ਼ੀ ਜਿਹੜੀ ਇੱਕ ਸਵਰਗ ਦੀ ਅਪਸਰਾ ਸੀ, ਉਹਨਾਂ ਦੀ ਪ੍ਰੇਮ ਕਹਾਣੀ ਜਿਹੜੀ ਹੈ ਉਹਦੇ ਵਿੱਚ ਵਰਣਨ ਕੀਤਾ ਹੋਇਆ ਕਾਲੀਦਾਸ ਨੇ। ਰਾਜਾ ਪੁਰੂਰਵਸ਼ ਉਰਵਸ਼ੀ ਨੂੰ ਦੈਂਤਾਂ ਦੇ ਪੰਜੇ ਵਿੱਚੋਂ ਛੁਡਾ ਕੇ ਲਿਆਉਂਦਾ ਹੈ ਤੇ ਜਿਸ ਤੇ ਇਹਨਾਂ ਦੋਨਾਂ ਦਾ ਪਿਆਰ ਪੈ ਜਾਂਦਾ ਹੈ ਤੇ ਇਹ ਵਿਆਹ ਕਰਾਉਣ ਦੀ ਜਿਹੜੀ ਸਲਾਹ ਕਰ ਲੈਂਦੇ ਨੇ। ਪਰੰਤੂ ਉਰਵਸ਼ੀ ਕਿਉਂਕਿ ਅਪਸਰਾ ਹੁੰਦੀ ਹੈ ਉਸਨੂੰ ਸਵਰਗ ਨੂੰ ਜਾਣਾ ਪੈਂਦਾ ਹੈ। ਉਧਰ ਰਾਜਾ ਧਰਤੀ ਦੇ ਉੱਤੇ ਉਰਵਸ਼ੀ ਦੇ ਵਿਛੋੜੇ ਵਿੱਚ ਤੜਪਦਾ ਹੈ। ਉਰਵਸ਼ੀ ਜਿਹੜੀ ਹੈ ਉਹ ਰਾਜੇ ਨੂੰ ਸੁਪਨੇ ਵਿੱਚ ਮਿਲਣ ਆਉਂਦੀ ਹੈ ਤੇ ਉਧਰ ਸੁਰਗ ਦੇ ਵਿੱਚ ਇੱਕ ਨਾਟਕ ਖੇਡਿਆ ਜਾ ਰਿਹਾ ਹੁੰਦਾ ਹੈ ਜਿੱਥੇ ਉਰਵਸ਼ੀ ਜਿਹੜੀ ਹੈ ਪੁਰਸ਼ੋਤਮ ਦੀ ਥਾਂ ਤੇ ਪੁਰੂਰਵਸ਼ ਬੋਲ ਦਿੰਦੀ ਹੈ। ਤਾਂ ਇਸ ਤੇ ਜਿਹੜਾ ਭਰਤ ਜਿਹੜੇ ਮੁਨੀ ਨੇ ਉਹ ਗੁੱਸੇ ਵਿੱਚ ਆ ਕੇ ਉਰਵਸ਼ੀ ਨੂੰ ਸਵਰਗ ਤੋਂ ਬਾਹਰ ਕੱਢ ਦਿੰਦੇ ਨੇ। ਇੰਦਰ ਜਿਹੜਾ ਹੈ ਇਸ ਸਰਾਪ ਨੂੰ ਸੁਖਦਾਈ ਬਣਾ ਦਿੰਦਾ ਹੈ ਕਿ ਜਿਤਨਾ ਚਿਰ ਉਰਵਸ਼ੀ ਧਰਤੀ ਤੇ ਰਹੇ ਰਾਜਾ ਪੁਰੂਰਵਸ਼ ਪਾਸ ਹੀ ਰਹੇ। ਤਾਂ ਇੰਜੋ ਦੋਵੇਂ ਫੇਰ ਜਿਹੜੇ ਧਰਤੀ ਦੇ ਉੱਤੇ ਮਿਲ ਜਾਂਦੇ ਨੇ। ਸਿਆਣਾ ਨਾਟਕਕਾਰ ਸੁਰਗ ਅਤੇ ਧਰਤੀ ਦਾ ਵਿਆਹ ਕਰ ਦਿੰਦਾ ਹੈ। ਜਿਸ ਦਿਨ ਰਾਜਾ ਤੇ ਉਰਵਸ਼ੀ ਵਿਛੜੇ ਸੀ ਤਾਂ ਰਾਜਾ ਜਿਹੜਾ ਉਹ ਬੌਰਾ ਹੋਇਆ ਪਰਬਤਾਂ, ਨਦੀਆਂ, ਪੰਛੀਆਂ, ਭੌਰਿਆਂ, ਹਿਰਨਾਂ, ਹਾਥੀਆਂ ਨੂੰ ਪੁੱਛਦਾ ਫਿਰਦਾ ਹੈ। ਆਖਿਰ ਰਾਜਾ ਉਰਵਸ਼ੀ ਨੂੰ ਲੱਭ ਹੀ ਲੈਂਦਾ ਹੈ ਤੇ ਦੋਵਾਂ ਦਾ ਜੀਵਨ ਭਰ ਲਈ ਮੇਲ ਬਣਿਆ ਰਹਿੰਦਾ ਹੈ। ਉਸ ਤੋਂ ਜਿਹੜਾ ਅਗਲਾ ਨਾਟਕ ਹੈ ਕਾਲੀਦਾਸ ਦਾ ਉਹ ਹੈ ਅਭਿਗਿਆਨ ਸ਼ਕੁੰਤਲਾ। ਇਸ ਨਾਟਕ ਦੇ 5 ਅੰਕ ਨੇ। ਇਹਦੇ ਵਿੱਚ ਕਵੀ ਨੇ ਹਿੰਦੁਸਤਾਨ ਦੇ ਸ਼ਹਿਜ਼ਾਦੇ ਦੁਸ਼ਯੰਤ ਦੇ
ਬਣ ਵਿੱਚ ਰਹਿਣ ਵਾਲੇ ਰਿਸ਼ੀਆਂ ਦੀ ਕੁੜੀ ਸ਼ਕੁੰਤਲਾ ਨਾਲ ਪ੍ਰੀਤ ਦੀ ਕਹਾਣੀ ਦਾ ਜਿਹੜਾ ਵਰਣਨ ਉਹ ਕੀਤਾ ਹੈ। ਕਹਾਣੀ ਇਸ ਤਰ੍ਹਾਂ ਹੈ। ਦੁਸ਼ਯੰਤ ਸ਼ਿਕਾਰ ਖੇਡਦਾ ਖੇਡਦਾ ਰਿਸ਼ੀਆਂ ਦੇ ਆਸ਼ਰਮ ਪਾਸ ਆ ਜਾਂਦਾ ਹੈ, ਜਿੱਥੇ ਸ਼ਕੁੰਤਲਾ ਆਪਣੀਆਂ ਸਹੇਲੀਆਂ ਨਾਲ ਫੁਲਵਾੜੀ ਨੂੰ ਪਾਣੀ ਦੇ ਰਹੀ ਹੁੰਦੀ ਹੈ। ਇੱਥੇ ਹੀ ਦੋਵਾਂ ਦਾ ਮੇਲ ਹੁੰਦਾ ਹੈ। ਸ਼ਹਿਜ਼ਾਦਾ ਸ਼ਕੁੰਤਲਾ ਦੀ ਉਂਗਲੀ ਵਿੱਚ ਪ੍ਰੀਤ ਨਿਸ਼ਾਨੀ ਵਜੋਂ ਆਪਣੀ ਮੁੰਦਰੀ ਪਾ ਜਾਂਦਾ ਹੈ। ਕੁਝ ਸਮੇਂ ਬਾਅਦ ਸ਼ਕੁੰਤਲਾ ਦਾ ਪਿਤਾ ਉਸ ਨੂੰ ਆਪਣੇ ਸਹੁਰੇ ਘਰ ਭੇਜਣ ਲੱਗਦਾ ਹੈ, ਪਰੰਤੂ ਦੁਸ਼ਯੰਤ ਦੁਰਵਾਸ਼ਾ ਰਿਸ਼ੀ ਦੇ ਸ਼ਰਾਪ ਕਾਰਨ ਸ਼ਕੁੰਤਲਾ ਨੂੰ ਭੁੱਲ ਜਾਂਦਾ ਹੈ। ਸ਼ਕੁੰਤਲਾ ਦੁਸ਼ਯੰਤ ਨੂੰ ਮੁੰਦਰੀ ਦਿਖਾਉਣ ਲੱਗਦੀ ਹੈ, ਪਰੰਤੂ ਮੁੰਦਰੀ ਰਸਤੇ ਵਿੱਚ ਹੀ ਕਿਧਰੇ ਪਾਣੀ ਪੀਣ ਲੱਗਿਆਂ ਉਸਦੇ ਹੱਥ ਦੇ ਵਿੱਚੋਂ ਨਿਕਲ ਕੇ ਨਦੀ ਦੇ ਵਿੱਚ ਡਿੱਗ ਜਾਂਦੀ ਹੈ ਤੇ ਜਿਸ ਨੂੰ ਇੱਕ ਮੱਛੀ ਨਿਗਲ ਲੈਂਦੀ ਹੈ। ਫਿਰ ਕੀ ਹੁੰਦਾ ਹੈ ਕਿ ਜਿਹੜਾ ਮਛੇਰਾ ਹੈ ਉਹ ਮੱਛੀ ਫੜ ਕੇ ਲੈ ਜਾਂਦਾ ਹੈ। ਜਦੋਂ ਉਹਨੇ ਢਿੱਡ ਫਾੜਦਾ ਹੈ ਮੱਛੀ ਦਾ ਤਾਂ ਵਿੱਚੋਂ ਉਹਨੂੰ ਮੁੰਦਰੀ ਮਿਲਦੀ ਹੈ। ਤੇ ਉਦੋਂ ਕੀ ਹੁੰਦਾ ਸੀ ਕਿ ਜਿਹੜੇ ਲੋਕ ਹੁੰਦੇ ਸੀ ਭੋਲੇ ਭਾਲੇ ਹੁੰਦੇ ਸੀ ਤੇ ਕੋਈ ਵੀ ਜਿਹੜੀ ਕੀਮਤੀ ਵਸਤੂ ਸੀ ਉਹ ਆਪਣੇ ਰਾਜੇ ਦੇ ਕੋਲ ਲੈ ਜਾਂਦੇ ਸੀ ਭੇਂਟ ਕਰਨ ਲਈ। ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਸ ਦੇ ਬਦਲੇ ਦੇ ਵਿੱਚ ਰਾਜਾ ਜਿਹੜਾ ਉਹਨਾਂ ਨੂੰ ਉਪਹਾਰ ਜ਼ਰੂਰ ਦੇਵੇਗਾ। ਤਾਂ ਉਹ ਇਸ ਤਰ੍ਹਾਂ ਹੀ ਮਛੇਰਾ ਕੀ ਹੁੰਦਾ ਕਿ ਉਹ ਮੱਛੀ ਜਿਹੜੀ ਹੈ ਮੁੰਦਰੀ ਵਾਲੀ ਮੱਛੀ ਸਣੇ ਲੈ ਕੇ ਰਾਜੇ ਦੇ ਕੋਲ ਪਹੁੰਚਦਾ ਹੈ ਤੇ ਉਸ ਮੁੰਦਰੀ ਨੂੰ ਦੇਖ ਕੇ ਰਾਜਾ ਦੁਸ਼ਯੰਤ ਨੂੰ ਸ਼ਕੁੰਤਲਾ ਦੇ ਮਾਸੂਮ ਪ੍ਰੇਮ ਦੀ ਯਾਦ ਆ ਜਾਂਦੀ ਹੈ। ਉਹ ਬਣ ਵਿੱਚ ਵਿਛੋੜੇ ਦੇ ਦਿਨ ਗੁਜ਼ਾਰਦੀ ਹੋਈ ਆਪਣੇ ਨਵੇਂ ਜੰਮੇ ਬੱਚੇ ਭਰਤ ਨਾਲ ਦਿਲ ਪਰਚਾਵਾ ਕਰਦੀ ਹੁੰਦੀ ਸੀ ਤੇ ਫਿਰ ਜਿਹੜਾ ਦੁਸ਼ਯੰਤ ਹੈ ਉਹ ਫਿਰ ਆਪਣੀ ਪਤਨੀ ਤੇ ਬੱਚੇ ਨੂੰ ਲੈ ਕੇ ਵਾਪਸ ਆਪਣੇ ਜਿਹੜਾ ਹਿੰਦੁਸਤਾਨ ਦੇ ਰਾਜ ਸਿੰਘਾਸਨ ਦੇ ਉੱਤੇ ਆ ਜਾਂਦਾ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਇਹਦੀ ਕਹਾਣੀ ਸੀ ਕਿ ਅਭਿਗਿਆਨ ਸ਼ਕੁੰਤਲਾ ਕਾਲੀਦਾਸ ਦੀ ਲਿਖੀ ਹੋਈ ਦੁਸ਼ਯੰਤ ਤੇ ਸ਼ਕੁੰਤਲਾ ਦੀ ਪ੍ਰੇਮ ਕਹਾਣੀ ਸੀ। ਉਸ ਤੋਂ ਅਗਲਾ ਜਿਹੜਾ ਕਾਲੀਦਾਸ ਦਾ ਨਾਟਕ ਹੈ ਉਹਦਾ ਨਾਮ ਹੈ ਮਾਲਵਿਕਾ ਅਗਨੀਮਿੱਤਰ। ਤਾਂ ਮਾਲਵਿਕਾ ਅਗਨੀਮਿੱਤਰ ਦੀ ਜਿਹੜੀ ਕਹਾਣੀ ਹੈ ਉਹਦੇ ਬਾਰੇ ਜਿਹੜਾ ਸਾਡੇ ਪਾਠਕ੍ਰਮ ਦੇ ਵਿੱਚ ਵੀ ਬਹੁਤਾ ਜ਼ਿਆਦਾ ਚਾਨਣਾ ਕਿਤਾਬ ਦੇ ਵਿੱਚ ਨਹੀਂ ਪਾਇਆ ਗਿਆ। ਇਹਦੇ ਵਿੱਚ ਸਿਰਫ ਇੰਨਾ ਹੀ ਦੱਸਿਆ ਗਿਆ ਕਿ ਜਿਹੜਾ ਰਾਜਾ ਅਗਨੀਮਿੱਤਰ ਹੈ ਉਸਦਾ ਇੱਕ ਬੋਧ ਭਿਕਸ਼ਣੀ ਮਾਲਵਿਕਾ ਦੇ ਨਾਲ ਪ੍ਰੀਤ ਦਾ ਕਿੱਸਾ ਬਿਆਨ ਕੀਤਾ ਹੋਇਆ ਹੈ। ਇਸ ਜਿਹੜੀ ਕਿਤਾਬ ਹੈ ਉਹਦੇ ਬਾਰੇ ਹਜੇ ਕੁਝ ਵਿਦਵਾਨਾਂ ਦੇ ਵਿੱਚ ਮਤਭੇਦ ਨੇ। ਕੁਝ ਵਿਦਵਾਨ ਸਮਝਦੇ ਨੇ ਕਿ ਇਹ ਕਾਲੀਦਾਸ ਦੀ ਕ੍ਰਿਤ ਨਹੀਂ ਹੈ, ਪਰੰਤੂ ਬਹੁਤੇ ਵਿਦਵਾਨ ਮੰਨਦੇ ਨੇ ਕਿ ਇਹ ਜਿਹੜਾ ਨਾਟਕ ਹੈ ਇਹ ਕਾਲੀਦਾਸ ਦਾ ਹੀ ਰਚਿਆ ਹੋਇਆ ਹੈ। ਸੋ ਇਹ ਅਸੀਂ ਕਾਲੀਦਾਸ ਦੇ 4 ਕਾਵਿ ਤੇ 3 ਨਾਟਕਾਂ ਦੀ ਗੱਲ ਕੀਤੀ। ਉਸ ਤੋਂ ਅੱਗੇ ਹੁਣ ਅਸੀਂ ਕਾਲੀਦਾਸ ਦੀ ਲੇਖਣੀ ਦੀ ਗੱਲ ਕਰਾਂਗੇ ਕਿ ਕਾਲੀਦਾਸ ਦੀ ਜਿਹੜੀ ਲਿਖਦਾ ਸੀ ਉਸ ਦੇ ਵਿੱਚ ਕੀ ਵਿਸ਼ੇਸ਼ਤਾਵਾਂ ਸਨ। ਕਾਲੀਦਾਸ ਦੇ ਜਿਹੜੇ ਨਾਟਕਾਂ ਦੀ ਵਿਸ਼ੇਸ਼ਤਾ ਸਭ ਤੋਂ ਵੱਡੀ ਇਹ ਹੈ ਕਿ ਹਿੰਦੁਸਤਾਨੀ ਪਰੰਪਰਾ ਦੇ ਅਨੁਸਾਰ ਕਾਲੀਦਾਸ ਦੇ ਜਿਹੜੇ ਨਾਟਕ ਨੇ ਉਹ ਸੁਖਾਂਤ ਹਨ। ਹਿੰਦੁਸਤਾਨੀ ਵਿਚਾਰਵਾਨ ਜ਼ਿੰਦਗੀ ਦਾ ਮਨੋਰਥ ਪਰਮਾਨੰਦ ਮੰਨਦੇ ਹਨ। ਇਸ ਲਈ ਇੱਥੋਂ ਦੇ ਨਾਟਕਕਾਰ ਜੀਵਨ ਸੰਗਰਾਮ ਦਿਖਾ ਕੇ ਅੰਤ ਵਿੱਚ ਖੁਸ਼ੀ ਤੇ ਸ਼ਾਂਤੀ ਦਾ ਨਜ਼ਾਰਾ ਹੀ ਮੂਰਤੀਮਾਨ ਕਰਦੇ ਹਨ। ਇਹ ਜਿਹੜੀ ਹਿੰਦੁਸਤਾਨੀ ਨਾਟ ਪਰੰਪਰਾ, ਹਿੰਦੁਸਤਾਨੀ ਕਾਵਿ ਪਰੰਪਰਾ ਇਹੀ ਰਹੀ ਹੈ ਕਿ ਅਖੀਰ ਦੇ ਵਿੱਚ ਜਿਹੜਾ ਹੈ ਉਹ ਮਿਲਾਪ ਦਾ ਹੀ ਜਿਹੜਾ ਦ੍ਰਿਸ਼ ਦਿਖਾਇਆ ਜਾਂਦਾ ਹੈ। ਵਿਛੋੜਾ ਜਿਹੜਾ ਹੈ ਉਸਨੂੰ ਖਤਮ ਕੀਤਾ ਹੋਇਆ ਦਿਖਾਇਆ ਜਾਂਦਾ ਹੈ। ਸੰਘਰਸ਼ ਪੂਰੀ ਜ਼ਿੰਦਗੀ ਭਾਵੇਂ ਰਹਿੰਦਾ ਹੈ, ਪਰੰਤੂ ਜਿਹੜੀ ਸੁਖਾਂਤ ਪਰੰਪਰਾ ਹੈ ਉਹ ਹਿੰਦੁਸਤਾਨੀ ਪਰੰਪਰਾ ਹੈ, ਜਿਸ ਦੇ ਹਿਸਾਬ ਨਾਲ ਕਾਲੀਦਾਸ ਨੇ ਆਪਣੀਆਂ ਰਚਨਾਵਾਂ ਰਚੀਆਂ ਨੇ। ਜਿਹੜੇ ਪੱਛਮ ਦੇ ਨਾਟਕ ਨੇ ਉਹ ਵਧੇਰੇ ਦੁਖਾਂਤ ਹੁੰਦੇ ਨੇ, ਜੋ ਜੀਵਨ ਨੂੰ ਨਿਰਾਸ਼ਤਾ ਵੱਲ ਲੈ ਕੇ ਜਾਂਦੇ ਨੇ। ਲੇਖਕ ਇਹ ਵੀ ਲਿਖਦਾ ਹੈ ਕਿ ਕਾਲੀਦਾਸ ਦੀ ਜਿਹੜੀ ਕਵਿਤਾ ਹੈ ਉਹ ਕੱਚਾ ਦੁੱਧ ਹੈ, ਪਤਲੀ ਲੱਸੀ ਨਹੀਂ ਹੈ। ਉਸ ਦੀਆਂ ਜਿਹੜੀਆਂ ਉਪਮਾਵਾਂ ਤੇ ਅਲੰਕਾਰਾਂ ਨਾਲ ਸਜਾਈਆਂ ਹੋਈਆਂ ਕਵਿਤਾਵਾਂ ਤੇ ਰਚਨਾਵਾਂ ਬਹੁਤ ਹੀ ਜ਼ਿਆਦਾ ਦਿਲਚਸਪ ਨੇ। ਉਹ ਹਰ ਗੱਲ ਦੇ ਵਿੱਚ ਕੋਈ ਨਾ ਕੋਈ ਚਮਤਕਾਰ ਤੇ ਜਿਹੜਾ ਕਰਾਮਾਤ ਜਿਹੜਾ ਹੈ ਉਹ ਉਸਦੀ ਹਰ ਗੱਲ ਦੇ ਵਿੱਚ ਝਲਕਦੀ ਹੈ। ਕਈਆਂ ਥਾਵਾਂ ਤੇ ਉਹ ਬੁਝਾਰਤਾਂ ਜਿਹੀਆਂ ਵੀ ਪਾ ਜਾਂਦਾ ਹੈ। ਸੌਖੇ ਸੌਖੇ ਨਿੱਕੇ ਨਿੱਕੇ ਸ਼ਬਦਾਂ ਨਾਲ ਹੌਲਾ ਫੁੱਲ ਬਿਆਨ ਟੋਰੀ ਜਾਂਦਾ ਹੈ, ਪਰੰਤੂ ਕਿਤੇ ਕਿਤੇ ਉਹ ਭਿਆਨਕ ਨਜ਼ਾਰੇ ਚਿੱਤਰਦਾ ਹੈ ਤਾਂ ਬਿਜਲੀ ਵਰਗੇ ਗਰਜਵੇਂ ਸ਼ਬਦ ਵੀ ਲੈ ਆਉਂਦਾ ਹੈ, ਭਾਵ ਕਿ ਬੋਲੀ ਦੇ ਉੱਤੇ ਉਸਦਾ ਕਾਬੂ ਹੈ। ਕਵੀ ਕਾਲੀਦਾਸ ਹਰ ਗੱਲ ਨੂੰ ਕਟਾਕਸ਼ ਨਾਲ ਬਿਆਨ ਕਰਨ ਦੇ ਵਿੱਚ ਮਾਹਰ ਹੈ। ਕਟਾਕਸ਼ ਦਾ ਮਤਲਬ ਹੁੰਦਾ ਹੈ ਵਿਅੰਗ, ਭਾਵ ਉਹ ਵਿਅੰਗ ਵੀ ਕਰਦਾ ਹੈ ਕਈਆਂ ਥਾਵਾਂ ਤੇ। ਕਾਲੀਦਾਸ ਸੁੰਦਰਤਾ ਦਾ ਕਵੀ ਹੈ। ਸੁੰਦਰਤਾ ਦਾ ਬਿਆਨ ਉਹ ਬਹੁਤ ਸਾਦੀਆਂ ਗੱਲਾਂ ਦੇ ਵਿੱਚ ਕਰ ਜਾਂਦਾ ਹੈ। ਕਾਲੀਦਾਸ ਦੇ ਸੁੰਦਰਤਾ ਦੇ ਬਿਆਨ, ਬਿਰਹਾ ਦੇ ਵਿਆਕੁਲ ਚਿੱਤਰ, ਕੁਦਰਤੀ ਨਜ਼ਾਰੇ ਹਰ ਪਹਿਲੂ ਤੇ ਪੂਰੇ ਉਤਰਦੇ ਦਿਸਦੇ ਹਨ।
ਸੋ ਉਸਦੀ ਜਿਹੜੀ ਰਚਨਾ ਹੈ, ਹਰੇਕ ਰਚਨਾ ਹੈ, ਉਸਦੀ ਭਾਸ਼ਾ ਦੇ ਉੱਤੇ ਬਹੁਤ ਪਕੜ ਹੈ। ਸੰਸਕ੍ਰਿਤ ਭਾਸ਼ਾ ਨੂੰ ਇਹ ਉਸਦਾ ਅਨਮੋਲ ਖਜ਼ਾਨਾ ਜਿਹੜਾ ਹੈ ਉਸਦੀਆਂ ਰਚਨਾਵਾਂ ਮੰਨੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਜਿਹੜਾ ਕਾਲੀਦਾਸ ਹੈ ਉਸਦੀ ਜਿਹੜੀ ਕਾਵ ਪ੍ਰਤਿਭਾ ਹੈ ਉਸਦਾ ਜਿਹੜਾ ਮਾਪ ਅਸੀਂ ਕਿਵੇਂ ਕਰਦੇ ਹਾਂ। ਪੂਰਬ ਦੇ ਲੋਕ ਕਾਲੀਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ। ਇੱਕ ਵਿਦਵਾਨ ਸਮਾਲੋਚਕ ਨੇ ਕਿਹਾ ਹੈ ਕਿ ਹੱਥ ਦੀ ਚੀਚੀ ਲਾਗਲੀ ਉਂਗਲੀ ਨੂੰ ਅਨਾਮਿਕਾ ਐਵੇਂ ਨਹੀਂ ਕਹਿੰਦੇ। ਇਸ ਦੇ ਅਰਥ ਜਿਹੜੇ ਨੇ ਉਹ ਇੱਕ ਕਹਾਣੀ ਹੈ ਜੋ ਕਾਲੀਦਾਸ ਨਾਲ ਜੁੜੀ ਹੋਈ ਹੈ। ਹਿੰਦੀ ਦੇ ਵਿੱਚ ਆਪਣੀ ਚੀਚੀ ਦੇ ਲਾਗਲੀ ਉਂਗਲੀ ਦਾ ਨਾਮ ਅਨਾਮਿਕਾ ਹੈ, ਜਿਸ ਨੂੰ ਇੰਗਲਿਸ਼ ਦੇ ਵਿੱਚ ਰਿੰਗ ਫਿੰਗਰ ਕਿਹਾ ਜਾਂਦਾ ਹੈ। ਉਸ ਦੇ ਪਿੱਛੇ ਕਹਿੰਦੇ ਕਾਲੀਦਾਸ ਨਾਲ ਸੰਬੰਧਿਤ ਇੱਕ ਕਹਾਣੀ ਹੈ ਕਿ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗੇ ਤਾਂ ਸਭ ਤੋਂ ਪਹਿਲਾਂ ਚੀਚੀ ਦੇ ਉੱਤੇ ਕਾਲੀਦਾਸ ਦਾ ਨਾਮ ਗਿਣਿਆ ਗਿਆ। ਉਸ ਤੋਂ ਅਗਲੀ ਉਂਗਲ ਦੇ ਉੱਤੇ ਉਸ ਦੇ ਮੁਕਾਬਲੇ ਦਾ ਕੋਈ ਨਾਮ, ਕੋਈ ਕਵੀ ਹੈ ਹੀ ਨਹੀਂ ਸੀ। ਸੋ ਉਸ ਉਂਗਲ ਦਾ ਜਿਹੜਾ ਨਾਮ ਅਨਾਮਿਕਾ ਵੀ ਸਾਰਥਕ ਹੋ ਗਿਆ, ਕਿਉਂਕਿ ਅੱਗੇ ਨਾਮ ਲੈਣ ਨੂੰ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ। ਦੂਜੇ ਪਾਸੇ ਪੱਛਮ ਵਾਲੇ ਜਿਹੜੇ ਲੋਕ ਨੇ ਉਹ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੇਕਸਪੀਅਰ ਕਹਿ ਕੇ ਉਸਦੀ ਪ੍ਰਤਿਭਾ ਦਾ ਮਾਪ ਕਰਦੇ ਹਨ। ਉਹ ਕਹਿੰਦੇ ਨੇ ਕਿ ਕਾਲੀਦਾਸ ਹਿੰਦੁਸਤਾਨ ਦਾ ਸ਼ੇਕਸਪੀਅਰ ਸੀ, ਕਿਉਂਕਿ ਉਹਨਾਂ ਕੋਲ ਸਭ ਤੋਂ ਚੰਗਾ ਕਵੀ ਵਿਲੀਅਮ ਸ਼ੇਕਸਪੀਅਰ ਹੀ ਹੋਇਆ ਹੈ। ਇਸ ਕਰਕੇ ਉਹ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੇਕਸਪੀਅਰ ਕਹਿ ਕੇ ਵਡਿਆਉਂਦੇ ਨੇ। ਅੰਤ ਦੇ ਵਿੱਚ ਬੇਟੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਪੱਛਮ ਵਾਲੇ ਹੋਣ ਭਾਵੇਂ ਪੂਰਬ ਵਾਲੇ ਹੋਣ, ਕਾਲੀਦਾਸ ਦੀ ਕਾਵ ਪ੍ਰਤਿਭਾ ਨੇ ਹਰ ਇੱਕ ਦਾ ਮਨ ਮੋਹਿਆ ਹੈ ਤੇ ਆਉਂਦੇ ਸਮਿਆਂ ਦੇ ਵਿੱਚ ਵੀ ਕਾਲੀਦਾਸ ਦੀਆਂ ਰਚਨਾਵਾਂ ਦੀ ਖੁਸ਼ਬੋਈ ਮਹਿਕਦੇ ਫੁੱਲਾਂ ਵਾਂਗ ਹਮੇਸ਼ਾ ਸਾਹਿਤ ਪ੍ਰੇਮੀਆਂ ਨੂੰ ਮਹਿਕਾਉਂਦੀ ਰਹੇਗੀ। ਸੋ ਬੇਟੇ ਇਹ ਸੀ ਕਾਲੀਦਾਸ ਸੰਬੰਧਿਤ ਪਾਠ ਜੋ ਸਾਡੇ ਪਾਠਕ੍ਰਮ ਦੇ ਵਿੱਚ ਹੈ, ਪ੍ਰੋਫੈਸਰ ਪਿਆਰਾ ਸਿੰਘ ਪਦਮ ਦੁਆਰਾ ਲਿਖਿਆ ਹੋਇਆ ਮਹਾਕਵੀ ਕਾਲੀਦਾਸ, ਜਿਹਦੇ ਵਿੱਚ ਅਸੀਂ ਪਹਿਲਾਂ ਪ੍ਰੋਫੈਸਰ ਸਾਹਿਬ ਬਾਰੇ ਜਾਣਨ ਤੋਂ ਬਾਅਦ ਅਸੀਂ ਕਾਲੀਦਾਸ ਦੇ ਬਾਰੇ, ਉਸਦੀ ਕਾਵ ਪ੍ਰਤਿਭਾ ਬਾਰੇ, ਉਸਦੇ ਕਵਿਤਾ ਨਾਲ ਸੰਬੰਧਾਂ ਬਾਰੇ ਤੇ ਉਸਦੇ ਜਿਹੜੇ ਮੁੱਖ ਕਾਵ ਨੇ 4 ਕਾਵ ਤੇ 3 ਨਾਟਕ, ਉਹਨਾਂ ਬਾਰੇ ਅਸੀਂ ਜਾਣਕਾਰੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਅਸੀਂ ਇਹ ਵੀ ਪ੍ਰਾਪਤ ਕੀਤਾ ਕਿ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਜਿਹੜੇ ਪੂਰਬ ਤੇ ਪੱਛਮ ਵਾਲੇ ਉਹ ਕਿਵੇਂ ਕਰਦੇ ਨੇ। ਹੁਣ ਅਸੀਂ ਜਿਹੜਾ ਸਾਡੇ ਪਾਠ ਦੇ ਪਿੱਛੇ ਅਭਿਆਸ ਹੈ, ਪਾਠ ਅਭਿਆਸ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚੋਂ ਤੁਹਾਡੇ ਪੇਪਰ ਦੇ ਵਿੱਚ ਜਾਂ ਇਮਤਿਹਾਨਾਂ ਦੇ ਵਿੱਚ ਤੁਹਾਨੂੰ ਪ੍ਰਸ਼ਨ ਆਉਂਦੇ ਨੇ, ਹੁਣ ਅਸੀਂ ਉਹਨਾਂ ਪ੍ਰਸ਼ਨਾਂ ਬਾਰੇ ਥੋੜ੍ਹਾ ਜਿਹੜੀ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਕਾਲੀਦਾਸ ਕੌਣ ਸੀ, ਉਸਨੂੰ ਇੰਨੀ ਪ੍ਰਸਿੱਧੀ ਕਿਉਂ ਮਿਲੀ। ਇਹ ਹੁਣ ਸਾਨੂੰ ਪਤਾ ਲੱਗ ਹੀ ਚੁੱਕਾ ਹੈ ਕਿ ਕਾਲੀਦਾਸ ਹਿੰਦੁਸਤਾਨ ਦਾ ਇੱਕ ਮਸ਼ਹੂਰ ਕਵੀ ਸੀ। ਉਸਦੇ ਜਾਤ, ਜਨਮ, ਧਰਮ, ਥਾਂ ਟਿਕਾਣੇ, ਮਾਤਾ ਪਿਤਾ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲਦੀ। ਸਾਨੂੰ ਸਿਰਫ ਖੋਜੀਆਂ ਅਨੁਸਾਰ ਜਿਹੜੀ ਖੋਜ ਕਰਨ ਤੇ ਇੰਨਾ ਹੀ ਪਤਾ ਲੱਗਦਾ ਹੈ ਕਿ ਕਾਲੀਦਾਸ ਜਿਹੜਾ ਸੀ ਉਹ ਈਸਾ ਤੋਂ 56 ਸਾਲ ਪਹਿਲਾਂ ਹੋਏ ਮਹਾਰਾਜਾ ਬਿਕਰਮਾਜੀਤ ਦੇ ਸਮੇਂ ਵਿੱਚ ਹੋਇਆ ਤੇ ਉਸਨੂੰ ਇੰਨੀ ਪ੍ਰਸਿੱਧੀ ਸਿਰਫ ਇੱਕੋ ਗੱਲ ਉਸਦੀ ਅਮਰ ਤੇ ਸੁੰਦਰ ਕਾਵ ਰਚਨਾ ਕਰਕੇ ਮਿਲੀ। ਦੂਜਾ ਪ੍ਰਸ਼ਨ ਬੇਟੇ ਹੈ ਬਿਕਰਮੀ ਸੰਮਤ ਕਦੋਂ ਅਤੇ ਕਿਹੜੇ ਬਾਦਸ਼ਾਹ ਦੇ ਨਾਮ ਤੋਂ ਸ਼ੁਰੂ ਹੋਇਆ। ਤਾਂ ਅਸੀਂ ਜਿਵੇਂ ਪਾਠ ਦੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਹੈ ਕਿ ਬਿਕਰਮੀ ਸੰਮਤ ਜਿਹੜਾ ਹੈ ਉਹ ਸਮਰਾਟ ਬਿਕਰਮਾਜੀਤ ਪਹਿਲੇ ਦੇ ਨਾਮ ਤੋਂ ਸ਼ੁਰੂ ਹੋਇਆ, ਜੋ ਉਜੈਨ ਦਾ ਇੱਕ ਪ੍ਰਤਾਪੀ ਮਹਾਰਾਜਾ ਹੋਇਆ। ਉਸਨੇ ਆਪਣੇ ਨਾਮ ਤੋਂ ਇਹ ਬਿਕਰਮੀ ਸੰਮਤ ਈਸਾ ਤੋਂ 56 ਵਰ੍ਹੇ ਪਹਿਲਾਂ ਸ਼ੁਰੂ ਕੀਤਾ। ਉਸ ਤੋਂ ਅਗਲਾ ਪ੍ਰਸ਼ਨ ਹੈ ਕਿ ਕਾਲੀਦਾਸ ਨੂੰ ਹਰ ਪ੍ਰਾਂਤ ਅਤੇ ਹਰ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ। ਸੋ ਬੇਟੇ ਇਹਦੇ ਪਿੱਛੇ 2 ਕਾਰਨ ਨੇ। ਪਹਿਲਾ ਕਾਰਨ ਤਾਂ ਇਹ ਹੈ ਕਿ ਕਾਲੀਦਾਸ ਦੇ ਕਿਉਂਕਿ ਜਨਮ, ਥਾਂ ਟਿਕਾਣੇ, ਜਾਤ, ਧਰਮ ਬਾਰੇ ਸਾਨੂੰ ਕੁਝ ਪਤਾ ਨਹੀਂ ਲੱਗਦਾ, ਪਹਿਲੀ ਗੱਲ। ਦੂਜੀ ਗੱਲ ਕਿ ਉਹ ਆਪਣੀ ਸੁੰਦਰ ਤੇ ਅਮਰ ਕਾਵ ਰਚਨਾ ਕਰਕੇ ਸਭ ਨੂੰ ਇੰਨਾ ਪਿਆਰਾ ਲੱਗਦਾ ਹੈ ਕਿ ਹਰ ਕੋਈ ਉਸਨੂੰ ਆਪਣਾ ਬਣਾਉਣਾ ਚਾਹੁੰਦਾ ਹੈ। ਇਸੇ ਕਰਕੇ ਹਰ ਪ੍ਰਾਂਤ ਤੇ ਜਾਤੀ ਦੇ ਲੋਕ ਉਸਨੂੰ ਆਪਣਾ ਦੱਸਣ ਦੇ ਵਿੱਚ ਮਾਣ ਮਹਿਸੂਸ ਕਰਦੇ ਨੇ। ਅਗਲਾ ਪ੍ਰਸ਼ਨ ਹੈ ਮਹਾਕਵੀ ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਬਾਰੇ ਸੰਖੇਪ ਦੇ ਵਿੱਚ ਲਿਖੋ। ਤਾਂ ਮਹਾਕਵੀ ਕਾਲੀਦਾਸ ਦੀਆਂ ਜਿਹੜੀਆਂ ਪ੍ਰਸਿੱਧ ਰਚਨਾਵਾਂ ਉਹਨਾਂ ਵਿੱਚੋਂ 4 ਕਾਵ ਨੇ ਜੋ ਅਸੀਂ ਪੜ੍ਹ ਚੁੱਕੇ ਹਾਂ, ਰਘੂਵੰਸ਼, ਕੁਮਾਰ ਸੰਭਵ, ਮੇਘਦੂਤ ਅਤੇ ਰਿਤੂ ਸੰਹਾਰ। ਅਤੇ ਉਹਨਾਂ ਦੇ 3 ਨਾਟਕ ਨੇ ਵਿਕਰਮੋਰਵਸ਼ੀ, ਅਭਿਗਿਆਨ ਸ਼ਕੁੰਤਲਾ ਤੇ ਮਾਲਵਿਕਾ ਅਗਨੀਮਿਤਰ। ਠੀਕ ਹੈ ਬੇਟੇ। ਉਸ ਤੋਂ ਅਗਲਾ ਪ੍ਰਸ਼ਨ ਹੈ ਕਵੀ ਨੇ ਮੇਘਦੂਤ ਰਚਨਾ ਵਿੱਚ ਮੇਘ ਨੂੰ ਕੀ ਤਾਕੀਦ ਕੀਤੀ।
ਮੇਘਦੂਤ ਰਚਨਾ ਦੇ ਵਿੱਚ ਕਵੀ ਨੇ ਮੇਘ ਦੇ ਇੱਕ ਦੂਤ ਵਜੋਂ ਪੇਸ਼ ਕੀਤਾ ਗਿਆ ਹੈ ਉਸਨੂੰ। ਯਕਸ਼ ਜਿਹੜਾ ਹੈ ਉਹ ਮੇਘ ਨੂੰ ਦੂਤ ਬਣਾ ਕੇ ਆਪਣੀ ਪਤਨੀ ਕੋਲ ਅਲਕਾਪੁਰੀ ਭੇਜਦਾ ਹੈ ਤੇ ਉਹਨੂੰ ਇਹ ਕਹਿੰਦਾ ਹੈ ਕਿ ਤੂੰ ਕਿਤੇ ਠਹਿਰਨਾ ਨਹੀਂ, ਜਾਂਦਾ ਜਾਂਦਾ ਨਦੀਆਂ ਦੇ ਪਾਣੀ ਪੀਂਦਾ ਉਸਦੇ ਦੇਸ਼ ਜ਼ਰੂਰ ਪਹੁੰਚੀ, ਤੇਰਾ ਸੰਦੇਸ਼ ਸੁਣਨ ਲਈ ਮੇਰੀ ਪ੍ਰੀਤਮਾ ਖਲੋਤੀ ਹੋਵੇਗੀ, ਤੇਰੀ ਰਾਹ ਉਡੀਕ ਰਹੀ ਹੋਵੇਗੀ। ਉਸ ਤੋਂ ਅਗਲਾ ਪ੍ਰਸ਼ਨ ਹੈ ਸ਼ਕੁੰਤਲਾ ਕੌਣ ਸੀ, ਉਸਦਾ ਦੁਸ਼ਯੰਤ ਨਾਲ ਦੁਬਾਰਾ ਮਿਲਾਪ ਕਿਵੇਂ ਹੋਇਆ। ਤਾਂ ਸ਼ਕੁੰਤਲਾ ਆਪਾਂ ਦੱਸ ਸਕਦੇ ਹਾਂ ਕਿ ਸ਼ਕੁੰਤਲਾ ਜੰਗਲ ਵਿੱਚ ਰਹਿੰਦੇ ਰਿਸ਼ੀਆਂ ਦੀ ਧੀ ਸੀ, ਜਿਸ ਦਾ ਰਾਜੇ ਦੁਸ਼ਯੰਤ ਨਾਲ ਵਿਆਹ ਹੋਇਆ ਸੀ ਤੇ ਉਹ ਦੁਰਵਾਸ਼ਾ ਰਿਸ਼ੀ ਦੇ ਸ਼ਰਾਪ ਕਾਰਨ ਜਿਹੜਾ ਦੁਸ਼ਯੰਤ ਆਪਣੇ ਜਦੋਂ ਰਾਜ ਪਾਟ ਤੇ ਵਾਪਸ ਚਲਾ ਜਾਂਦਾ ਹੈ ਤਾਂ ਉਸ ਨੂੰ ਭੁੱਲ ਜਾਂਦਾ ਹੈ ਸ਼ਕੁੰਤਲਾ ਨੂੰ। ਤਾਂ ਉਧਰ ਜਿਹੜੀ ਪ੍ਰੀਤ ਨਿਸ਼ਾਨੀ ਵਜੋਂ ਜਿਹੜੀ ਸ਼ਕੁੰਤਲਾ ਦੇ ਹੱਥ ਵਿੱਚ ਮੁੰਦਰੀ ਹੁੰਦੀ ਹੈ ਉਹ ਪਾਣੀ ਦੇ ਵਿੱਚ ਡਿੱਗ ਜਾਂਦੀ ਹੈ ਤੇ ਇੱਕ ਮੱਛੀ ਉਸ ਨੂੰ ਨਿਗਲ ਲੈਂਦੀ ਹੈ। ਜਦੋਂ ਇੱਕ ਮਛੇਰਾ ਮੱਛੀ ਪਕੜ ਕੇ ਰਾਜੇ ਪਾਸ ਪੇਸ਼ ਕਰਦਾ ਹੈ ਤਾਂ ਉਸ ਮੱਛੀ ਦੇ ਵਿੱਚੋਂ ਨਿਕਲੀ ਮੁੰਦਰੀ ਨੂੰ ਦੇਖ ਕੇ ਰਾਜੇ ਦੁਸ਼ਯੰਤ ਨੂੰ ਆਪਣੀ ਮਾਸੂਮ ਪਤਨੀ ਸ਼ਕੁੰਤਲਾ ਦੀ ਯਾਦ ਆ ਜਾਂਦੀ ਹੈ ਅਤੇ ਉਸ ਨੂੰ ਸਨਮਾਨ ਸਹਿਤ ਦੁਬਾਰਾ ਲੈ ਕੇ ਆਪਣੇ ਰਾਜ ਦੇ ਵਿੱਚ ਆ ਜਾਂਦਾ ਹੈ। ਉਸ ਤੋਂ ਅਗਲਾ ਪ੍ਰਸ਼ਨ ਹੈ ਅਨਾਮਿਕਾ ਤੋਂ ਕੀ ਭਾਵ ਹੈ, ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ। ਅਨਾਮਿਕਾ ਚੀਚੀ ਦੇ ਹੱਥ ਦੀ ਚੀਚੀ ਦੇ ਨਾਲ ਵਾਲੀ ਉਂਗਲੀ ਨੂੰ ਕਿਹਾ ਜਾਂਦਾ ਹੈ। ਇਸ ਬਾਰੇ ਇਹ ਕਹਾਣੀ ਪ੍ਰਚਲਿਤ ਹੈ ਕਿ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਅਸੀਂ ਕਿਵੇਂ ਕੀਤਾ ਹੈ ਪੂਰਬ ਵਾਲਿਆਂ ਨੇ। ਕਹਿੰਦੇ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗੇ ਸੀ ਤਾਂ ਚੀਚੀ ਤੇ ਸਭ ਤੋਂ ਪਹਿਲਾਂ ਕਾਲੀਦਾਸ ਦਾ ਨਾਮ ਆਇਆ। ਉਸ ਤੋਂ ਅੱਗੇ ਕਾਲੀਦਾਸ ਤੋਂ ਵੱਡਾ, ਉਸਦੇ ਮੁਕਾਬਲੇ ਦਾ, ਉਸਦੇ ਬਰਾਬਰ ਦਾ ਕੋਈ ਵੀ ਕਵੀ ਨਹੀਂ ਸੀ। ਇਸ ਕਰਕੇ ਜਿਹੜੀ ਚੀਚੀ ਦੇ ਨਾਲ ਵਾਲੀ ਉਂਗਲੀ ਹੈ ਉਹ ਅਨਾਮਿਕਾ ਉਹਦਾ ਨਾਮ ਪੈ ਗਿਆ, ਭਾਵ ਉੱਥੇ ਕੋਈ ਵੀ ਨਾਮ ਨਹੀਂ ਸੀ ਤਾਂ ਉਸਦਾ ਅਨਾਮਿਕਾ ਨਾਮ ਵੀ ਸਾਰਥਕ ਹੋ ਗਿਆ। ਉਸ ਤੋਂ ਅਗਲਾ ਪ੍ਰਸ਼ਨ ਹੈ ਕਿ ਪੂਰਬ ਤੇ ਪੱਛਮ ਵਾਲੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਹਨ। ਤਾਂ ਪੂਰਬ ਵਾਲੇ ਜਿਹੜੇ ਹੈ ਉਹ ਆਪਾਂ ਅਨਾਮਿਕਾ ਬਾਰੇ ਪਹਿਲਾਂ ਵੀ ਗੱਲ ਕੀਤੀ ਜਾ ਚੁੱਕੀ ਹੈ ਤੇ ਪੂਰਬ ਵਾਲੇ ਜਿਹੜੇ ਨੇ ਉਹ ਕਾਲੀਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਪੱਛਮ ਵਾਲੇ ਜਿਹੜੇ ਨੇ ਉਹ ਉਸ ਨੂੰ ਹਿੰਦੁਸਤਾਨ ਦਾ ਸ਼ੇਕਸਪੀਅਰ ਕਹਿ ਕੇ ਉਸ ਨੂੰ ਵਡਿਆਉਂਦੇ ਹਨ, ਕਿਉਂਕਿ ਪੱਛਮ ਵਾਲਿਆਂ ਕੋਲ ਸ਼ੇਕਸਪੀਅਰ ਤੋਂ ਵੱਡਾ ਕੋਈ ਕਵੀ ਨਹੀਂ ਹੋਇਆ। ਸੋ ਬੇਟੇ ਇਹ ਸਨ ਕਾਲੀਦਾਸ, ਮਹਾਕਵੀ ਕਾਲੀਦਾਸ ਪਾਠ ਦੇ ਸੰਖੇਪ ਪ੍ਰਸ਼ਨ ਉੱਤਰ। ਉਸ ਤੋਂ ਅੱਗੇ ਆਪਾਂ ਇਸ ਪਾਠ ਦਾ ਜਿਹੜਾ ਸਾਰ ਹੈ ਉਹ ਤੁਸੀਂ ਸਾਰਾ ਸੁਣ ਚੁੱਕੇ ਹੋ। ਧਿਆਨ ਨਾਲ ਬੇਟੇ, ਆਸ ਹੈ ਤੁਸੀਂ ਉਹਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖੋਗੇ ਸਾਰ, ਜਿਹੜਾ ਸਾਡੇ ਇਮਤਿਹਾਨਾਂ ਦੇ ਵਿੱਚ ਸਾਨੂੰ 7 ਨੰਬਰ ਦਾ ਪ੍ਰਸ਼ਨ ਆਉਂਦਾ ਹੈ। ਅਤੇ ਨਾਲ ਹੀ ਜਿਹੜੇ ਸੰਖੇਪਾਤਮਕ ਜਾਂ ਵਸਤੂਨਿਸ਼ਠ ਪ੍ਰਸ਼ਨ ਨੇ, ਆਸ ਹੈ ਤੁਹਾਡੇ ਉਹ ਵੀ ਸਾਰੇ ਮੁਕੰਮਲ ਹੋ ਗਏ ਹੋਣਗੇ। ਤੇ ਮੈਨੂੰ ਆਸ ਹੈ ਬੇਟੇ ਕਿ ਤੁਸੀਂ ਇਹ ਪਾਠ ਚੰਗੀ ਤਰ੍ਹਾਂ ਸਮਝਿਆ ਹੋਵੇਗਾ ਤੇ ਇਹਦੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਤੁਸੀਂ ਆਪਣੀਆਂ ਕਾਪੀਆਂ ਤੇ ਕਰਨੇ ਆ, ਸਾਰ ਵੀ ਲਿਖਣਾ ਹੈ। ਤਾਂ ਇੰਨਾ ਹੀ ਕੁਝ ਦੱਸਦੇ ਹੋਏ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਧੰਨਵਾਦ ਬੇਟੇ।